ਤੇ ਮੈਨੂੰ ਅੱਜ ਜਿਹੜੀ ਕ੍ਰੌਪ ਅਸਾਈਨਡ ਹੋਈ ਹੈ ਡਾਇਵਰਸਿਫਿਕੇਸ਼ਨ ਵਾਸਤੇ ਉਹ ਪੀਅਰ ਹੈ। ਪੀਅਰ ਇਹਦੇ 'ਚ ਇਹਨੂੰ 2-3 ਤਰ੍ਹਾਂ ਦੀ ਪੀਅਰ ਹੁੰਦੀ ਹੈ ਜਿਹੜੀ ਆਪਣੇ ਏਰੀਏ 'ਚ ਹੋ ਸਕਦੀ ਹੈ, ਜਿਹਦੇ 'ਚ ਹਾਰਡ ਪੀਅਰ ਹੈ, ਸੌਫਟ ਪੀਅਰ ਹੈ ਤੇ ਸੈਮੀ ਸੌਫਟ ਪੀਅਰ ਹੈ। 3 ਤਰ੍ਹਾਂ ਦੀ ਕ੍ਰੌਪਸ ਨੇ। ਬਹੁਤ ਜ਼ਿਆਦਾ ਹੈਵੀ ਪੀਅਰ ਹੈ। ਇਹਦੇ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਨਾਰਮਲ ਬੂਟਾ ਹੈ ਜਿਹਦੇ 'ਚ 2-3-4 ਕੁਇੰਟਲ ਫਰੂਟ ਲੱਗਿਆ। ਸਪੋਰਟਾਂ ਦੇਣੀ ਪੈਂਦੀਆਂ, ਠੀਕ ਹੈ। ਤੇ ਔਨ ਐਨ ਐਵਰੇਜ ਵੀ ਇਹਦੀ ਜਿਹੜੀ ਫਰੂਟਿੰਗ ਕੈਪੈਸਿਟੀ ਹੈ 1.5 ਤੋਂ ਲੈ ਕੇ 2 ਕੁਇੰਟਲ ਤੱਕ ਨਾਰਮਲ ਹੈ, ਚਾਹੇ ਉਹ ਪੱਥਰਨਾਕ ਹੈ ਚਾਹੇ ਬੱਬੂ ਗੋਸ਼ਾ ਹੈ, ਬੜੇ ਆਰਾਮ ਨਾਲ ਆਪਣੇ ਏਰੀਏ 'ਚ ਹੋ ਜਾਂਦੀ ਹੈ। ਪਰ ਇਹਦੇ ਨਾਲ ਇਹਦੀ ਆਪਣੀ ਰਿਕੁਆਇਰਮੈਂਟ ਨੇ ਤੇ ਆਪਣੀ ਪ੍ਰੋਬਲਮਸ ਨੇ ਕਿ ਕਿਉਂ ਆਪਾਂ ਨੂੰ ਇਹ ਕ੍ਰੌਪ ਲਾਣੀ ਚਾਹੀਦੀ ਹੈ ਤੇ ਕਿਉਂ ਨਹੀਂ ਲਾਣੀ ਚਾਹੀਦੀ ਹੈ। ਇਹਦੇ ਵਿੱਚ ਇਹ ਡਿਫਰੈਂਟ ਵੈਰਾਈਟੀਜ਼ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਦੱਸਣਾ ਚਾਹੂੰਗਾ। ਸਭ ਤੋਂ ਇੰਪੋਰਟੈਂਟ ਵੈਰਾਈਟੀ ਜਿਹੜੀ ਹੈ ਪੰਜਾਬ ਨੱਖ ਹੈ। ਪੰਜਾਬ ਨੱਖ ਇਹ ਪੱਥਰ ਨੱਖ ਦਾ ਸੁਧਰਿਆ ਹੋਇਆ ਰੂਪ ਹੈ ਤੇ ਅੱਜ ਦੇ ਦਿਨ ਮੋਸਟਲੀ ਇਹੀ ਆਪਾਂ ਗਰੋ ਕਰਦੇ ਹਾਂ। ਇਹਦਾ ਸਭ ਤੋਂ ਪਲੱਸ ਪੁਆਇੰਟ ਕੀ ਹੈ ਕਿ ਨੱਖਾਂ 'ਚ ਆਪਾਂ ਨੂੰ ਇੱਕ ਪ੍ਰੋਬਲਮ ਆਉਂਦੀ ਹੈ, ਖਾਸ ਕਰ ਬੱਬੂ ਗੋਸ਼ੇ 'ਚ, ਉਹ ਲੇਟ ਬੀਅਰਿੰਗ 'ਚ ਆਉਂਦੇ ਆ। ਇਹ ਜਲਦੀ ਬੀਅਰਿੰਗ 'ਚ ਆ ਜਾਂਦੀ ਹੈ ਤੇ 5-6 ਸਾਲ ਬਾਅਦ ਆਪਾਂ ਨੂੰ ਫਰੂਟਿੰਗ ਦੇਣਾ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਲਗਭਗ ਐਵਰੇਜ ਈਲਡ ਇਹਦੀ 200 ਪਲਾਂਟ ਨੇ। ਇਹ ਮੈਨੂੰ ਹੱਥ 'ਚ ਹੀ ਦੇ ਸਕਦੇ ਤਾਂ ਹੱਥ 'ਚ ਹੀ ਦੇ ਦਿਓ। ਦੂਜੀ ਵੈਰਾਈਟੀ ਹੈ ਪੰਜਾਬ ਸੌਫਟ। ਇਹ ਥੋੜੀ ਜੀ ਸੌਫਟ ਵੈਰਾਈਟੀ ਹੈ, ਜੂਸੀ ਹੈ ਔਰ ਐਵਰੇਜ ਈਲਡ ਇਹਦੀ ਥੋੜੀ ਜੀ ਘੱਟ ਹੈ, ਪਰ ਇਹਦੇ 'ਚ ਉਹੀ ਹੈ ਬੀਅਰਿੰਗ ਲੇਟ ਹੈ, ਪਰ ਇਹ ਵੀ ਆਪਣੇ ਏਰੀਏ 'ਚ ਹੋ ਸਕਦੀ ਆ। ਇਹ ਪੰਜਾਬ ਬਿਊਟੀ ਵੈਰਾਈਟੀ ਹੈ ਜਿਹੜੀ ਬੱਬੂ ਗੋਸ਼ਾ ਔਰ ਪੰਜਾਬ ਬਿਊਟੀ ਮੋਰ ਔਰ ਲੈਸ ਸੇਮ ਗਰੁੱਪ ਦੀ ਹੈ ਤੇ ਇਹ ਵੀ ਆਪਣੇ ਏਰੀਏ 'ਚ ਕਾਫੀ ਜ਼ਿਆਦਾ ਲੱਗੀ ਜਾਂਦੀ ਹੈ ਔਰ ਐਵਰੇਜ ਈਲਡ ਇਹਦੀ ਜਿਹੜੀ ਹੈ 80 ਕਿਲੋ ਹੈ। ਪਰ ਇਹਦੀ ਐਵਰੇਜ ਈਲਡ ਨੋ ਡਾਊਟ ਪੱਥਰਨਾਕ ਤੋਂ ਘੱਟ ਹੈ, ਪਰ ਇਹਦਾ ਰੇਟ ਆਪਾਂ ਨੂੰ ਥੋੜਾ ਜਿਹਾ ਜ਼ਿਆਦਾ ਮਿਲ ਜਾਂਦਾ ਹੈ। ਪੰਜਾਬ ਨੈਕਟਰ, ਪੰਜਾਬ ਗੋਲਡ, ਇਹ ਸਾਰੀ ਦੀ ਸਾਰੀ ਸੈਮੀ ਸੌਫਟ ਪੀਅਰ ਦੀ ਵੈਰਾਈਟੀਜ਼ ਨੇ ਤੇ ਇਹ ਇੱਕ ਨਿੱਜੀ ਸਿੱਕੀ ਹੈ, ਬਰਾਊਨ ਕਲਰ ਦੀ ਹੈ, ਜੂਸੀ ਹੈ, ਜਿਵੇਂ ਪੰਜਾਬ ਸੌਫਟ ਵੈਰਾਈਟੀ ਹੈ ਉੱਦਾਂ ਦੀ ਵੈਰਾਈਟੀ ਹੈ। ਇਹਨਾਂ ਵੈਰਾਈਟੀਆਂ 'ਚੋਂ ਕੋਈ ਵੀ ਲਾ ਸਕਦੇ ਆ, ਪਰ ਫਿਰ ਵੀ ਇਹਨਾਂ 'ਚੋਂ ਸਭ ਤੋਂ ਬੈਸਟ ਜਿਹੜੀ ਰਿਕਮੈਂਡ ਅਸੀਂ ਕਰਦੇ ਹਾਂ ਪੰਜਾਬ ਨੱਖ ਤੇ ਪੰਜਾਬ ਬਿਊਟੀ, ਉਹੀ ਦੋ ਜ਼ਿਆਦਾ ਬੈਟਰ ਹੈ। ਬਾਕੀ ਸ਼ੌਕੀਆ ਲਾ ਸਕਦੇ ਆ, ਕਮਰਸ਼ੀਅਲੀ ਹਾਲੇ ਜ਼ਿਆਦਾ ਫਿਜ਼ੀਬਲ ਨਹੀਂ ਹੈ ਆਪਣੇ ਏਰੀਏ ਵਾਸਤੇ। ਅੰਮ੍ਰਿਤਸਰ ਸਾਈਡ ਜਾਂ ਸਬ ਮਾਊਂਟੇਨੀਅਸ ਏਰੀਏ 'ਚ ਹੋ ਜਾਂਦੀਆਂ, ਆਪਣੇ ਏਰੀਏ 'ਚ ਥੋੜ੍ਹੀ ਜਿਹੀ ਇਹਦੇ 'ਚ ਪ੍ਰੋਬਲਮ ਆਉਂਦੀ ਹੈ। ਪਰ ਓਵਰਆਲ ਇਹ 6-7 ਵੈਰਾਈਟੀਆਂ ਪੀਅਰ ਦੀ ਜਿਹੜੀ ਪੰਜਾਬ ਦੇ ਵਿੱਚ ਆਪਾਂ ਕਲਟੀਵੇਟ ਕਰ ਸਕਦੇ ਨੇ। ਤੇ ਇੱਕ ਹੋਰ ਗੱਲ ਇਹਦੇ 'ਚ ਪ੍ਰੋਬਲਮਸ ਹੁਣ ਕੀ ਹੈ, ਮੇਨ ਪ੍ਰੋਬਲਮਸ ਕਿਸੇ ਨੇ ਲਾਈ ਵੀ ਹੋ, ਸ਼ਾਇਦ ਕਿਸੇ ਕੋਲ ਆਪਣੇ ਪੀਅਰ ਦੇ ਬਾਗ ਵੀ ਹੋਣ, ਤੇ ਇਹਦੇ 'ਚ 3-4 ਮੇਨ ਪ੍ਰੋਬਲਮਸ ਆਉਂਦੀਆਂ। ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਹਾਰਵੈਸਟ ਨਹੀਂ ਕਰਨਾ ਆਉਂਦਾ ਲੋਕਾਂ ਨੂੰ। ਇੱਕ ਸਾਲ ਫਰੂਟ ਵੱਧ ਆ ਜਾਂਦਾ ਤੇ ਇੱਕ ਸਾਲ ਘੱਟ ਆਉਂਦਾ ਤੇ ਹਾਰਵੈਸਟਿੰਗ ਆਪਾਂ ਕਹਿੰਦੇ ਤੋੜਨਾ ਵੀ ਨਹੀਂ ਆਉਂਦਾ। ਇਹ ਕਿਵੇਂ ਹੋ ਸਕਦਾ? ਕਿੰਨੂੰ ਤੋੜਨਾ ਸਭ ਨੂੰ ਆਉਂਦਾ, ਪਰ ਪੀਅਰ ਨੂੰ ਤੋੜਨਾ ਸਭ ਤੋਂ ਟੈਕਨੀਕਲ ਹੈ। ਜੇ ਆਪਾਂ ਇਹਨੂੰ ਸਹੀ ਤਰ੍ਹਾਂ ਨਹੀਂ ਤੋੜਾਂਗੇ ਤੇ ਇਹ ਆਪਾਂ ਨੂੰ ਅਗਲੇ ਸਾਲ ਫਰੂਟ ਘੱਟ ਲੱਗੂਗਾ, ਕਿਉਂਕਿ ਇਹ ਸਪਰ ਬੀਅਰਿੰਗ ਪਲਾਂਟ ਹੈ। ਹਰ ਫਰੂਟ ਜਿਹੜਾ ਸਪਰ ਤੇ ਲੱਗਦਾ ਹੈ, ਜਿਵੇਂ ਇਹ ਹੈ ਨਾ ਸਪਰ, ਥੱਲੇ ਵਾਲਾ ਜਿਹੜਾ ਹੈਗਾ ਇਹ ਰੋਂਗ ਮੈਥਡ ਹੈ। ਐਸੇ ਖਿੱਚ ਕੇ ਤੋੜੋਗੇ ਤੇ ਨਾਲ ਸਪਰ ਟੁੱਟ ਜਾਂਦਾ ਹੈ। ਜੇ ਆਪਾਂ ਇਹਨੂੰ ਉੱਥੇ ਸਪਰ ਦੇ ਲਾਗੇ ਉਂਗਲ ਲਾ ਕੇ ਔਰ ਇਹਨੂੰ ਟਵਿਸਟ ਕਰਕੇ ਤੋੜਦੇ ਹਾਂ, ਜਿਵੇਂ ਰਾਈਟ ਸਾਈਡ ਨਜ਼ਰ ਆਉਂਦਾ, ਉੱਦਾਂ ਤੋੜਨਾ ਚਾਹੀਦਾ। ਜੇ ਇਸ ਤਰ੍ਹਾਂ ਨਹੀਂ ਤੋੜਾਂਗੇ ਤਾਂ ਅਗਲੇ ਸਾਲ ਤੁਹਾਡੀ ਵਿਦ ਟਾਈਮ ਲਗਾਤਾਰ 2-3 ਸਾਲ ਤੇ ਇਦਾਂ ਖਿੱਚ ਕੇ ਤੋੜਦੇ ਰਹੇ ਤੇ ਤੁਹਾਡੇ ਫਰੂਟ ਨੰਬਰ ਆਫ ਫਰੂਟ ਜਿਹੜੇ ਆ ਪਰ ਪਲਾਂਟ ਅੱਧੇ ਰਹਿ ਜਾਣੇ। ਔਰ ਇਹੀ ਖਾਸ ਕਰ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਕਿਸੇ ਨੂੰ ਠੇਕਾ ਦਿੰਦੇ ਆ ਤੇ ਉੱਥੇ ਜ਼ਰੂਰ ਜਾਓ, ਨਾਲ ਦੇਖੋ ਅੱਜ ਕੱਲ੍ਹ ਟੈਂਡੈਂਸੀ ਕੀ ਹੈ। ਜਿਹੜੇ ਆਪਣੇ ਵਪਾਰੀ ਹੈ ਕਿ ਉਹ ਖਿੱਚ ਕੇ ਤੋੜਦੇ ਆ, ਉਹ ਕਹਿੰਦੇ ਨਾਲ ਪੱਤਾ ਹੋਣਾ ਚਾਹੀਦਾ, ਉਹਦੇ ਨਾਲ ਗਾਹਕ ਜ਼ਿਆਦਾ ਆਉਂਦਾ ਬਈ ਗਾਹਕ ਨੂੰ ਲੱਗਦਾ ਕਿ ਫਰੈਸ਼ ਤੋੜ ਕੇ ਲਿਆਇਆ, ਜਦਕਿ ਉਹ ਪ੍ਰੈਕਟਿਸ ਰੋਂਗ ਹੈ। ਉਹਦਾ ਨੁਕਸਾਨ ਆਪਾਂ ਨੂੰ ਸਿੱਧਾ ਹੁੰਦਾ। ਔਰ ਵੈਸੇ ਵੀ ਬਾਜ਼ਾਰ 'ਚ ਫਰੂਟ ਖਰੀਦਣ ਜਾਓ, ਕਦੇ ਇਹ ਸੋਚ ਕੇ ਨਾ ਲਿਓ ਕਿ ਨਾਲ ਪੱਤਾ ਹੁੰਦਾ, ਉਹਦੇ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੁੰਦਾ। ਅੰਦਰੋਂ ਕਈ ਵਾਰ ਫਰੂਟ ਸੁੱਕ ਜਾਂਦਾ ਕਿਉਂਕਿ ਉਹਦੇ 'ਚ ਲਾਸ ਜਿਹੜਾ ਪਾਣੀ ਦਾ ਜ਼ਿਆਦਾ ਹੁੰਦਾ ਵਾਇਆ ਪੱਤੇ ਦੇ ਥਰੂ। ਇਸ ਕਰਕੇ ਇਹ ਕਨਸੈਪਟ ਗਲਤ ਹੈ, ਪਰ ਉਹਨਾਂ ਨੇ ਆਪਣਾ ਚਲੋ ਕਨਸੈਪਟ ਬਣਾਇਆ ਹੋਇਆ, ਉਹਦਾ ਹੀ ਭੁਗਤ ਭੋਗੀ ਆਪਾਂ ਨੂੰ ਸਿੱਧਾ ਨੁਕਸਾਨ ਹੋ ਜਾਂਦਾ ਉਹਦੇ ਕਰਕੇ। ਤੇ ਇਸ ਕਰਕੇ ਤੋੜਨ ਦਾ ਸਹੀ ਤਰੀਕਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਇਹ ਪ੍ਰੋਬਲਮ ਆਉਂਦੀ ਹੈ ਪਲਾਂਟ ਡਿੱਗਣ ਦੀ। ਅਕਸਰ ਪਲਾਂਟ ਇੱਕ ਜਦੋਂ ਵੀ ਆਂਦੀ ਹੈ ਕੁਛ ਆਉਂਦੀ ਹੈ 2-4-10 ਬੂਟੇ ਇਦਾਂ ਡਿੱਗੇ ਹੁੰਦੇ ਆ। ਲੇਕਿਨ ਇਸ ਫੋਟੋ 'ਚ ਵੀ ਤੁਸੀਂ ਦੇਖੋ ਕਿ ਇੱਕ ਸਾਈਡ ਨੂੰ ਬ੍ਰਾਂਚਿਸ ਜ਼ਿਆਦਾ ਹੈ, ਇੱਕ ਸਾਈਡ ਨੂੰ ਘੱਟ ਹੈ।
एक बार देखते जाओ अगे, तुहानूं इहदी डिटेल दसदा मैं कि इनू आपां किवें अवॉइड कर सकते हैं। ये डिग्गण तो बचाने वास्ते अक्सर लोग की करते हैं कि एक मिट्टी का ढेर बना देंगे हैं तने के आले दुआले, जो कि सब तो रोंग प्रैक्टिस है। कि आपां नूं लगता है कि इन्ना वड्डा बूटा है, इस तो वड्डे बूटे भी कई बार डिग जाते हैं कि एक 10 किलो मिट्टी नालों रुक जाएंगे, 2 क्विंटल 3 क्विंटल जिहदे ते फ्रूट लगता है, और 2-2.5 क्विंटल 4 क्विंटल बूटे का अपना वजन भी है। 5 क्विंटल वजन नूं एक मिट्टी का 10 किलो का ढेर रोक सकता है? नहीं रोक सकता। इस करके वो गलत प्रैक्टिस है, उहदा आपां नूं इस तरह मिट्टी कदे भी नहीं चढ़ानी चाहिए है, ना इसनूं, ना पीयर नूं, ना पीच नूं, ना पलम नूं। एक दूजी प्रॉब्लम आती है जो आंधी वगैरह आती है या फ्रूट डिगण की। तीजी प्रॉब्लम आती है इदा ब्रांच कई बार साइड तो टुट जाती है, अक्सर होंदा है। ये जिवें प्लांट डिगे हुए, इन्ना वड्डा बूटा, हुण इहनूं कहो कि मिट्टी चढ़ा के आपां रोक सकते हैं? नहीं रोक सकते, क्योंकि ये बहुत हैवी बियरर प्लांट है, सपोर्ट देनी पैंदी है। इस करके देखो कि कितना ज़्यादा फ्रूट लगता है, जिस ब्रांच नूं लगता है बहुत ज़्यादा लगता है। एक ये प्रॉब्लम आती है कैंकर की, ये बार कैंकर है, टहनियां सुकनी शुरू हो जाती हैं, जिथे खासकर तुहाडी बड्स होंदी हैं वो आले दुआले का एरिया सारा सुक जाता है। ये देखो बियरिंग कितनी ज़्यादा लगती है। ये एक मिनट अगे चलते हैं बई इनू आपां रोक किवें सकते हैं। हुण जिहड़े आपां टहनियां फटदी सी या डिगदियां, ਉਹਦੇ करके ਉਹਦੇ 'ਚ प्रॉब्लम की है कि ਉਹਦੇ ਵਿੱਚ अपना ट्रेनिंग सिस्टम फॉल्टी है। जो ਆਪਾਂ ट्रेनिंग करते हैं वो गलत है। की करते की ਆਪਾਂ एक साइड ब्रांचेस ज़्यादा छड़ देंगे हैं, एक साइड ਆਪਾਂ घट छड़ देंगे हैं, जिहदे करके जो क्योंकि बेयरिंग तुसीं देखी है कि फ्रूट बहुत ज़्यादा लगता टहनी नूं, जिस पासे ਆਪਾਂ टहनियां ज़्यादा छड्डदी हैं उस पासे फ्रूट का लोड भी हो गया तो अपना टहनी का भी लोड हो गया, तो उस पासे वो बूटा डिग जाता है। इस करके एक यूनीफॉर्म पैटर्न के नाल ही आपां नूं इहदी ट्रेनिंग ते प्रूनिंग करनी चाहिए है। ट्रेनिंग जिहड़ी है वो पहले साल तो ही शुरू हो जाती है। ये आपां कंसैप्ट नहीं रखना कि 3 साल आपां उहनूं फील्ड दे विच रखांगे तो उस तो बाद उहनूं जाके कर दांगे तो 2 साल 'च वो फ्रूटिंग 'च आ जाएगा। नहीं, पहले साल तो ही उन्होंने ट्रेंड करो। वध तो वध 2 साल रखना चाहते हो तो उन्होंने बड़े गट्टे दे विच पा के रखो और उत्थे ट्रेंड करो। दूजे साल तो बाद हर हालत 'च फील्ड 'च उन्होंने शिफ्ट कर दो। तो ये ट्रेनिंग के विच आपां नूं ध्यान की रखना है, ये तुहानूं 2 तरह के एंगल नज़र आते हैं, 2 तरह की कटिंग्स नज़र आती है। जदों ये बिल्कुल सीधा वी शेप का आपां नूं जिवें इधरले पासे बनया होया है इदां दा आपां नूं ब्रांच मिलती है, ये सब तो वीक और माड़ी ब्रांच है। परले पासे वाली जिहड़ी ब्रांच है वो वधिया ब्रांच है। इस तरह की ब्रांच नूं आपां कदे भी नहीं रखना जिहड़ा वी शेप बनाती है, 30 या 40 डिग्री तो घट दा एंगल बनाती है मेन तणे नाल, उस टहनी नूं नहीं रखना। जिहड़ा ज़्यादा बनाती है उस टहनी नूं आपां रखना है, अदरवाइज वजन दे नाल वो टुट जाती है। जदों भी आपां इहनूं कोई भी कट लांदे आ, कट दा हुंदा की है, पॉइंटर नहीं है एक्चुअली, जदों कट लावांगे जिवें इत्थे लिखिया होया कट उत्थे लाना है, कट लाओगे तो हुंदा की है उहदे नाल वाली जिहड़ी बड है सब तो पहले वो ग्रो करेगी। जिवें साइड वाली ब्रांच है उहदे ते भी जिथे कट लाया उहदे नाल वाली ब्रांच ही ग्रो करेगी। ये मैं तां दसदा पिया ताकि तुहानूं कोई भी कटिंग करनी है तो उहदा आपां नूं जिवें तुसीं इत्थे कट लाया, इत्थे कट लाया तो तुहाडी ए वाली बड ग्रो कर दी, जदों इत्थे कट लाया तो ए वाली बड ग्रो करेगी। ये दसण दा इक्को ही परपज है कि जदों आपां कट लाना आपां देखना है कि मैनूं ब्रांच किस पासे चाहिदी है, ताकि फ्रूट दी ब्रांचिस दा प्लांट दी ब्रांचिस दा वेट चारों पासे सेम रहे। ये नहीं है कि आपां किते भी कट लाता तो मुड़ के कहा जी वेट तो फिर एक पासे ही हो गया। आपां नूं जे दूजे पासे ब्रांच लेके जानी है तो कट उस हिसाब नाल लाओ। एक स्कैफोल्ड ब्रांचिज कहते हैं, स्कैफोल्ड ब्रांचिज अक्सर असीं भी बोलते रहते हैं। हुंदा की है, मेन ट्रंक तो जो भी ब्रांचिज निकलती हैं जदों आपां ट्रेनिंग इहदी शुरू करते हैं उन्हां नूं स्कैफोल्ड ब्रांचिज कहते हैं। उस तो बाद सैकेंडरी स्कैफोल्ड ब्रांचिज भी होंदियां, फिर टर्सरी होंदियां ते उस तो बाद अगे स्मॉल ब्रांचिज होंदियां जिन्हां ते फ्रूट लगदा है। इहदे विच ध्यान की देना आपां कि जिहड़ा ये है ना
ये वाले इदा की ग्रोथ निकलती है जी सीधी सीधी। इस ग्रोथ नूं कदे भी नहीं रखना। मेरे इस फोटो में दिखाने का मकसद यही सीगा ਜਿਹੜੀ उस ब्रांच तो ਜਿਹੜੀ ਟਹਿਣੀ ਟੇਢੀ ਹੋ ਕੇ ਨਿਕਲੀ ਹੈ ਉਸ ਤੋਂ ਜੋ 90 ਡਿਗਰੀ ਦੇ ਐਂਗਲ ਤੇ ਕੋਈ ਵੀ ਸਿੱਧੀ ਸਿੱਧੀ ਬ੍ਰਾਂਚ ਨਿਕਲਦੀ ਹੈ ਉਹਨੂੰ ਆਪਾਂ ਨਹੀਂ ਰੱਖਣਾ। ਇਹ ਸਾਰੀ ਵਾਟਰ ਸ਼ੂਟਸ ਹੁੰਦੀਆਂ ਇਹਦੇ 'ਚ। ਅਦਰਵਾਈਜ਼ ਆਪਾਂ ਇਹਦੇ 'ਚ ਬੈਂਡਿੰਗ ਕਰਦੇ ਆ ਤੇ ਬਾਕੀ ਬ੍ਰਾਂਚਿਸ ਟੇਢੀ ਹੋ ਜਾਂਦੀਆਂ। ਇਹ ਜਿਵੇਂ ਦੇਖੋ ਸਭ ਤੋਂ ਥੱਲੇ ਵਾਲੀ ਬ੍ਰਾਂਚ ਜਿਹੜੀ ਉੱਧਰ ਨਿਕਲੀ ਹੈ ਉਹਦੇ ਤੇ ਬਿਲਕੁਲ ਸਿੱਧੀ ਬ੍ਰਾਂਚ ਨਿਕਲ ਜਾਂਦੀ ਹੈ। ਇਹਨਾਂ ਨੂੰ ਵਾਟਰ ਸ਼ੂਟਸ ਕਹਿੰਦੇ ਆ। ਇਹ ਆਪਾਂ ਨਹੀਂ ਰੱਖਣੀ ਆ। ਇਹਨਾਂ ਨੂੰ ਬਿਲਕੁਲ ਥਿਨ ਆਊਟ ਕਰ ਦੇਣਾ, ਥੱਲੇ ਨੂੰ ਕੱਟ ਦੇਣਾ। ਤੇ ਇਹਦੀ ਟ੍ਰੇਨਿੰਗ ਪ੍ਰੂਨਿੰਗ ਬਾਰੇ ਪਹਿਲੇ ਤੋਂ ਗੱਲ ਸੀਗੀ ਕਿ ਕੱਟ ਲਾਣੇ ਕਿਵੇਂ ਆ ਤੇ ਟ੍ਰੇਨਿੰਗ ਪ੍ਰੂਨਿੰਗ ਕਿਉਂ ਜ਼ਰੂਰੀ ਹੈ। ਟ੍ਰੇਨਿੰਗ ਪ੍ਰੂਨਿੰਗ ਕੱਲਾ ਇਸ ਵਾਸਤੇ ਨਹੀਂ ਕਿ ਆਪਾਂ ਨੂੰ ਉਹਨਾਂ ਦੇ ਇੱਕ ਤਾਂ ਸ਼ੇਪ ਦੇਣੀ ਹੈ, ਦੂਜਾ ਆਪਾਂ ਨੂੰ ਫਰੂਟਿੰਗ ਕੰਟੀਨਿਊਸਲੀ ਲੈਣੀ ਹੈ। ਪੀਅਰ ਨੂੰ ਰੈਗੂਲਰਲੀ ਹਰ ਸਾਲ ਪ੍ਰੂਨਿੰਗ ਦੀ ਲੋੜ ਨਹੀਂ ਹੁੰਦੀ। ਪਹਿਲੇ 5 ਸਾਲ ਉਹਨੂੰ ਟ੍ਰੇਨਡ ਕਰੋ। ਟ੍ਰੇਨਡ ਕਰਨ ਦਾ ਮਤਲਬ ਉਹਨੂੰ ਇੱਕ ਸ਼ੇਪ ਦਿਓ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ, ਠੀਕ ਹੈ। ਇਹਦੇ ਵਿੱਚ ਮੋਡੀਫਾਈਡ ਲੀਡਰ ਸਿਸਟਮ ਇੱਕ ਹੁੰਦਾ ਹੈ, ਉਹਦੇ 'ਚ ਇਹਨੂੰ ਟ੍ਰੇਨਡ ਕਰਦੇ ਆ। ਉਸ ਤੋਂ ਬਾਅਦ ਅਗਲੇ 10-12 ਸਾਲ ਤੱਕ ਪੀਅਰ ਦੇ ਵਿੱਚ ਕੋਈ ਜ਼ਿਆਦਾ ਆਪਾਂ ਨੂੰ ਪ੍ਰੂਨਿੰਗ ਦੀ ਲੋੜ ਨਹੀਂ ਹੁੰਦੀ ਫਰੂਟਿੰਗ ਵਾਸਤੇ, ਕਿਉਂਕਿ ਇਹ ਸਪਰ ਬੀਅਰਿੰਗ ਪਲਾਂਟ ਹੈ। ਆਪਾਂ ਨੂੰ ਕਿਸੇ ਵੀ ਟ੍ਰੇਨਿੰਗ ਪ੍ਰੂਨਿੰਗ ਪ੍ਰੋਗਰਾਮ ਤੋਂ ਜਾਣ ਤੋਂ ਪਹਿਲੇ ਜਾਂ ਕਟਿੰਗ ਜਾਣ ਤੋਂ ਪਹਿਲੇ ਇਹ ਪਤਾ ਹੋਣਾ ਚਾਹੀਦਾ ਕਿ ਫਰੂਟ ਲੱਗਦਾ ਕਿੱਥੇ ਆ। ਜੇ ਕਰੰਟ ਸੀਜ਼ਨ ਗਰੋਥ ਤੇ ਫਰੂਟ ਲੱਗਦਾ ਤੇ ਕਰੋ, ਜੇ ਨਹੀਂ ਲੱਗਦਾ ਫਿਰ ਕਰਨ ਦੀ ਲੋੜ ਨਹੀਂ। ਇਹ ਨਹੀਂ ਹੈ ਕਿ ਦੇਖਾ ਦੇਖੀ ਬਸ ਆਪਾਂ ਕਟਿੰਗ ਕਰਨੀ ਹੈ। ਕਟਿੰਗ ਕਰਨ ਵਾਲੇ ਕੀ ਕਰਦੇ ਆ, ਆਪਾਂ ਲੱਕੜ ਦੀ ਖੇਤੀ ਥੋੜੀ ਨਾ ਕਰਨੀ ਆ ਕਿ ਜਾ ਕੇ ਬਸ ਟਾਹਣੀਆਂ ਦੀ ਵੱਢ ਕੇ ਦੇਤੀ ਤੁਹਾਨੂੰ ਤੇ ਉੱਥੇ ਢੇਰ ਲਾਤਾ, ਬਹੁਤ ਵਧੀਆ ਕਟਿੰਗ ਕਰੀ ਹੈ। ਅਕਸਰ ਇਹੀ ਆਪਾਂ ਗਲਤੀਆਂ ਕਰਦੇ ਆ। ਇਹ ਨਹੀਂ ਕਰਨੀ, ਲੋੜ ਹੀ ਨਹੀਂ ਇਹਨੂੰ 10-12 ਸਾਲ। ਸਿਰਫ ਜੋ ਤੁਹਾਡੀ ਬਿਮਾਰੀ ਵਾਲੀ ਟਾਹਣੀ ਹੈ ਜਾਂ ਤੁਹਾਡੀ ਕੋਈ ਕਿਸੇ ਤੇ ਕੋਈ ਚੋਟ ਲੱਗ ਜਾਂਦੀ ਹੈ, ਕੁਝ ਲੱਗ ਜਾਂਦੀ ਹੈ, ਸਿਰਫ ਉਹਨੂੰ ਕੱਢੋ, ਜਾਂ ਕਿਤੇ ਫਸਦੀ ਟਹਿਣੀ ਹੈ ਉਹਨੂੰ ਕੱਢੋ। ਅਦਰਵਾਈਜ਼ ਕੁਝ ਕੱਢਣ ਦੀ ਲੋੜ ਨਹੀਂ। ਉਸ ਤੋਂ ਬਾਅਦ ਜਦੋਂ ਤੁਹਾਡਾ ਇੱਕ ਸਿੰਪਟਮ ਆਉਂਦਾ, ਫਰੂਟ ਦਾ ਸਾਈਜ਼ ਛੋਟਾ ਰਹਿਣਾ ਸ਼ੁਰੂ ਹੋ ਜਾਂਦਾ ਜਾਂ ਘਟਣਾ ਸ਼ੁਰੂ ਹੋ ਜਾਂਦਾ ਉਸ ਬ੍ਰਾਂਚ ਦਾ, ਉਦੋਂ ਫਿਰ ਇਹਨੂੰ ਮੇਨ ਕਟਾਈ ਦੀ ਲੋੜ ਪੈਂਦੀ ਆ। ਤੇ ਪਹਿਲੇ ਸਾਲ ਤੋਂ ਆਪਾਂ ਇਹਨੂੰ 90 ਸੈਂਟੀਮੀਟਰ ਤੇ ਹੀ ਕੱਟ ਦਿੰਦੇ ਆ। ਫਿਰ ਚਾਰੋਂ ਪਾਸੇ ਆਪਾਂ 20-20 ਸੈਂਟੀਮੀਟਰ ਤੇ ਡਿਫਰੈਂਸ ਤੇ 3 ਜਾਂ 4 ਬ੍ਰਾਂਚ ਰੱਖ ਲੈਂਦੇ ਆ। ਔਰ ਜਿਹੜਾ ਉੱਪਰਲੀ ਉਸ ਤੋਂ ਬਾਅਦ ਕੀ ਹੋਊਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕੱਟ ਵੱਢ ਦੇ ਲਾਗੇ ਲਾਉਂਦੇ ਆ ਤੇ ਉਸ ਤੋਂ ਬਾਅਦ ਇੱਕ ਮੇਨ ਫਿਰ ਨਿਕਲ ਆਉਂਦੀ ਹੈ। ਮੇਨ ਲੀਡਰ ਫਿਰ ਸ਼ੁਰੂ ਹੋ ਜਾਂਦਾ 90 ਸੈਂਟੀਮੀਟਰ ਤੋਂ ਬਾਅਦ ਜਿਹੜੀ ਵੀ ਪਹਿਲੀ ਵੱਢ ਹੁੰਦੀ ਹੈ ਉਹ ਲੀਡਰ ਦਾ ਕੰਮ ਕਰਦੀ ਹੈ। ਤਾਂ ਇਸੇ ਤਰ੍ਹਾਂ ਸੈਕਿੰਡ ਈਅਰ ਥਰਡ ਈਅਰ ਆਪਾਂ ਬ੍ਰਾਂਚਿਸ ਅੱਗੇ ਦੀ ਅੱਗੇ 1 ਤੋਂ 2, 2 ਤੋਂ 4, 4 ਤੋਂ 6 ਇੱਕ ਬਣਾਉਂਦੇ ਚਲੇ ਜਾਂਦੇ ਆ ਇਹਦੇ ਵਿੱਚ। ਸੈਕਿੰਡ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਆਪਾਂ ਬੈਂਡਿੰਗ ਕਰਨੀ ਹੈ। ਇਹ ਮੈਂ ਵੈਸੇ ਨੈਟ ਤੋਂ ਲਿਆ ਸੀਗਾ ਪਰ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਕਿ ਆਪਾਂ ਬੈਂਡਿੰਗ ਕਿਵੇਂ ਕਰਨੀ ਹੈ। ਬੈਂਡਿੰਗ ਜ਼ਰੂਰੀ ਵੀ ਕਿਉਂ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਟਾਈਮ ਲੈਂਦੇ ਆ ਫਰੂਟਿੰਗ ਵਾਸਤੇ। ਔਰ ਉਹਦੇ ਵਾਸਤੇ ਆਪਾਂ ਨੂੰ ਟਾਹਣੀਆਂ ਨੂੰ ਜੇ ਬੈਂਡ ਕਰਦੇ ਆ ਜਾਂ ਹਾਈ ਡੈਂਸਿਟੀ ਤੇ ਲਾਉਂਦੇ ਆ, ਕਿਉਂਕਿ ਇਹ ਵੱਡੇ ਬੂਟੇ ਜ਼ਿਆਦਾ ਹੋ ਜਾਂਦੇ ਆ, ਕਾਫੀ ਲੇਟ ਇਹਨਾਂ 'ਚ ਫਰੂਟਿੰਗ ਆਉਂਦੀ ਆ, ਉਹ ਐਨਹਾਂਸ ਹੁੰਦੀ ਆ, ਉਹ ਜਲਦੀ ਆ ਜਾਂਦੀ ਹੈ। ਔਰ ਇਹਦੇ ਵਾਸਤੇ ਇਸ ਤਰ੍ਹਾਂ ਦੇ ਸਿੰਪਲ ਕਲਿੱਪ ਵੀ ਯੂਜ਼ ਕਰ ਸਕਦੇ ਆ, ਰੱਸੀਆਂ ਵੀ ਯੂਜ਼ ਕਰ ਸਕਦੇ ਆ, ਜਾਂ ਫਿਰ ਇਦਾਂ ਦੇ ਆਪਾਂ ਸਪੋਰਟਾਂ ਵੀ ਯੂਜ਼ ਕਰ ਸਕਦੇ ਆ, ਤਾਂ ਕਿ ਤੁਹਾਡਾ ਜਿਹੜਾ ਐਂਗਲ ਹੈ ਨਾ ਟਾਹਣੀ ਦਾ ਉਹ ਵੀ ਸ਼ੇਪ ਨਾ ਬਣ ਕੇ ਲਗਭਗ 60 ਤੋਂ ਲੈ ਕੇ 80-85 ਡਿਗਰੀ ਦੇ ਵਿਚਾਲੇ ਦਾ ਕਿਤੇ ਬਣ ਜੇ। 45 ਤੋਂ ਲੈ ਕੇ 80-85 ਦਾ। ਉਸ ਤੋਂ ਜੇ ਘੱਟ ਐਂਗਲ ਹੈ ਤਾਂ ਉਸ ਟਾਹਣੀ ਨੂੰ ਨਹੀਂ ਰੱਖਣਾ। ਇਹ ਆਪਾਂ ਇਦਾਂ ਵੀ ਉਸ ਐਂਗਲ ਨੂੰ ਵਧਾ ਸਕਦੇ ਆ, ਇਦਾਂ ਸਪੋਰਟ ਦੇ ਕੇ। ਇੱਕ ਜਿਹੜੀ ਇੱਕ ਹੋਰ ਪ੍ਰੋਬਲਮ ਆਈ ਸੀ ਆਪਣੀ ਕਿ ਡਿੱਗ ਜਾਂਦੇ ਆ, ਤਾਂ ਡਿੱਗਣ ਵਾਲਿਆਂ ਨੂੰ ਬਜਾਏ ਆਪਾਂ ਮਿੱਟੀ ਦਾ ਢੇਰ ਬਣਾਉਣ ਕਰਕੇ ਇਸ ਤਰ੍ਹਾਂ ਦਾ ਵੀ ਕੱਟ ਲਾ ਕੇ ਕੋਈ ਆਪਾਂ ਬੂਟੇ ਨੂੰ ਸਪੋਰਟ ਦੇ ਸਕਦੇ ਹਾਂ। ਬੂਟੇ ਦੀ ਹਾਈਟ ਆਪਾਂ ਇਸ ਤਰ੍ਹਾਂ ਵੀ ਰੱਖ ਸਕਦੇ ਹਾਂ। ਇਹ ਵਾਈ ਟ੍ਰੇਨਿੰਗ ਸਿਸਟਮ ਦੇ ਵਿੱਚ ਅਸੀਂ ਟ੍ਰੇਨਡ ਕੀਤਾ ਬੂਟੇ ਨੂੰ, ਤੇ ਇਹਦੇ ਵਿੱਚ ਕੀ ਹੈ ਕਿ ਇਹ ਜਿਹੜੀ ਬ੍ਰਾਂਚਿਸ ਹੈ ਛੋਟੀ ਛੋਟੀ ਔਰ ਇਸ ਪਰ ਲੱਗੇ ਹੋਏ ਆ, ਇਹ ਫਰੂਟਿੰਗ ਬ੍ਰਾਂਚ ਨੇ, ਇਹਨਾਂ ਨੂੰ ਨਹੀਂ ਕੱਟਣਾ ਆਪਾਂ। ਜਿਹੜੀ ਮੇਨ ਬ੍ਰਾਂਚ ਹੈ ਉਹਨਾਂ ਨੂੰ ਆਪਾਂ ਥਿਨ ਆਊਟ ਕਰ ਦੇਣਾ ਹਰ ਸਾਲ। ਤੇ ਜਿੰਨੇ ਇਹਦੇ ਕਰਕੇ ਆਪਾਂ ਨੰਬਰ ਆਫ ਪਲਾਂਟਸ ਜਿਹੜੇ ਆ ਡਬਲ ਕਰ ਸਕਦੇ ਆ। ਆਪਣੇ 8x4 ਮੀਟਰ ਜਾਂ 7x4 ਮੀਟਰ ਤੇ ਵੀ ਬੂਟੇ ਲਾ ਸਕਦੇ ਆ, ਜਿਹਦੇ ਕਰਕੇ ਆਪਾਂ ਕੁਆਲਿਟੀ ਤੇ ਕੁਆਂਟੀਟੀ ਦੋਨੋਂ ਹੀ ਵਧਾ ਸਕਦੇ ਆ। ਇਹ ਜਿਹੜਾ ਬ੍ਰਾਂਚ ਸੀਗੀ ਇਹ ਟੁੱਟੀ ਹੋਈ ਇਸ ਕਰਕੇ ਹੀ ਹੈ ਕਿ ਬਿਲਕੁਲ ਵੀ ਸ਼ੇਪ ਬ੍ਰਾਂਚ ਸੀਗੀ। ਜਦੋਂ ਇਹਦੇ ਤੇ ਲੋਡ ਪਿਆ ਇਹ ਆਪਣੀ ਟੁੱਟ ਗਈ।
ਇਸ ਤੋਂ ਇਲਾਵਾ ਜੇ ਆਪਣਾ ਕੋਈ ਸਵਾਲ ਹੈ ਤਾਂ ਮੈਂ ਇੱਥੇ ਹਾਜ਼ਰ ਹਾਂ। ਬਾਕੀ ਕ੍ਰੌਪਸ ਦੀ ਡਿਟੇਲ ਵਾਸਤੇ ਤੁਹਾਡੇ ਕੋਲ ਡਿਫਰੈਂਟ ਐਕਸਪਰਟ ਆਉਣਗੇ, ਡਾਕਟਰ ਕ੍ਰਿਸ਼ਨ ਹੈ, ਡਾਕਟਰ ਨੀਲ ਕਾਮਰਾ ਤੇ ਸੁਭਾਸ਼। ਥੈਂਕ ਯੂ।